ਸਤਿ ਸ਼੍ਰੀ ਅਕਾਲ। ਅੱਜ ਅਸੀਂ ਜਿਹੜਾ 19 ਮਈ ਵਾਲੇ ਦਿਨ ਬੁੱਧਵਾਰ ਨੂੰ ਤੁਹਾਡੇ ਜਿਵੇਂ ਅਸੀਂ ਹਰ ਬੁੱਧਵਾਰ ਰੂਬਰੂ ਹੁੰਦੇ ਹਾਂ, ਅੱਜ ਮੈਂ ਸਾਰੇ ਤੁਹਾਨੂੰ ਇਸ ਗੱਲ ਦੀ ਵਧਾਈ ਪੇਸ਼ ਕਰਦਾ ਹਾਂ ਕਿ ਲੁਧਿਆਣੇ ਦੇ ਸਾਰੇ ਲੋਕਾਂ ਨੇ ਪਿਛਲੇ ਦਿਨਾਂ ਦੇ ਦੌਰਾਨ ਜਿਹੜੀਆਂ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਉਹਨੂੰ ਖਿੜੇ ਮੱਥੇ ਪ੍ਰਵਾਨ ਕੀਤਾ, ਸਕਸੈਸਫੁਲ ਕੀਤਾ। ਇੱਕ ਉਦਯੋਗਿਕ ਸ਼ਹਿਰ ਹੋਣ ਦੇ ਬਾਵਜੂਦ ਰਿਸਟ੍ਰਿਕਸ਼ਨਸ ਜਿਹੜੀਆਂ ਹੈਗੀਆਂ ਨੇ ਕਦੇ ਵੀ ਸੌਖੀਆਂ ਨਹੀਂ ਹੁੰਦੀਆਂ, ਔਰ ਤੁਹਾਡੇ ਇਸ ਸਹਿਯੋਗ ਦਾ ਹੀ ਸਦਕਾ ਹੈ ਕਿ ਜਿਹੜੀ ਬਿਮਾਰੀ ਹੈ, ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਘਟ ਗਈ ਹੈ, ਬਟ ਐਟਲੀਸਟ ਇਹਦੇ 'ਚ ਇੱਕ ਖੜੋਤ ਜ਼ਰੂਰ ਆਈ ਹੈ। ਹੁਣ ਸਾਡੇ ਜਿਹੜੇ ਹਰ ਰੋਜ਼ ਪੋਜ਼ੀਟਿਵ ਕੇਸ ਹੈ, ਪਹਿਲਾਂ ਇੱਕ ਵਾਰ 1700 ਤੱਕ ਚਲੇ ਗਏ ਸੀ, ਅੱਜ ਜਿਹੜੇ 731 ਕੇਸ ਆਏ ਨੇ, ਐਵਰੇਜ ਆਪਾਂ ਮੰਨ ਲਓ 800-900, ਪਰਸੋਂ 900, ਕੱਲ੍ਹ ਵੀ 900 ਦੇ ਕਰੀਬ ਸੀਗੇ। ਤਾਂ ਇਹਦੇ ਨਾਲ ਜਿਹੜੀ ਸਾਡੀ ਪੋਜ਼ੀਟਿਵਿਟੀ ਹੈਗੀ ਹੈ ਉਹ ਪਹਿਲਾਂ ਜਿਹੜੀ 2 ਡਿਜਿਟ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਹਾਂ ਵੀ 22-23% ਤੱਕ ਗਈ, ਫਿਰ 17, 18, 16, 12, 10, ਹੁਣ ਸਿੰਗਲ ਡਿਜਿਟ ਇਹ 9, 8, 6, ਅੱਜ 5% ਹੀ ਰਹਿ ਗਈ ਹੈ। ਪਰ ਜਦੋਂ ਆਪਾਂ ਕਿਸੇ ਜੰਗ ਦੇ ਵਿੱਚ ਜਦੋਂ ਆਪਾਂ ਜਿੱਤਣਾ ਸ਼ੁਰੂ ਹੋ ਜਾਈਏ, ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਆਪਾਂ ਵਾਗਾਂ ਢਿੱਲੀਆਂ ਛੱਡ ਦਈਏ ਅਤੇ ਉਹਦੇ ਨਾਲ ਬਿਮਾਰੀ ਫਿਰ ਆਪਾਂ ਨੂੰ ਆ ਕੇ ਘੇਰ ਲਵੇ। ਅੱਜ ਦੀ ਡੇਟ ਦੇ ਵਿੱਚ ਵੀ ਹਸਪਤਾਲਾਂ ਦੇ ਵਿੱਚ ਅੱਜ ਆਪਣੇ 1900 ਦੇ ਕਰੀਬ ਮਰੀਜ਼ ਜਿਹੜੇ ਹੈਗੇ ਆ ਸਾਡੇ ਵੱਖ-ਵੱਖ ਹਸਪਤਾਲਾਂ 'ਚ ਪਏ ਹੈ। ਪਰ ਇਹ 1900 ਨੂੰ ਵੀ ਮੈਂ ਇੱਕ ਤਰ੍ਹਾਂ ਨਾਲ ਇੱਕ ਆਸ਼ਾ ਦੀ ਕਿਰਨ ਦੇ ਤੌਰ 'ਤੇ ਦੇਖਦਾ ਕਿ ਜਦੋਂ ਇਹ ਬਿਮਾਰੀ ਬਿਲਕੁਲ ਆਪਣੀ ਪੀਕ 'ਤੇ ਸੀ, ਚਰਮ 'ਤੇ ਸੀ, ਪਿਛਲੇ ਹਫ਼ਤੇ ਇੱਕ ਮੌਕਾ ਐਸਾ ਸੀ ਜਦੋਂ ਸਾਡੇ 2250-2300 ਕੋਵਿਡ ਦੇ ਮਰੀਜ਼ ਹਸਪਤਾਲਾਂ 'ਚ ਦਾਖਲ ਸੀ। ਅੱਜ ਅਗਰ ਇਹ ਨੰਬਰ ਘਟ ਕੇ 1900 'ਤੇ ਆਇਆ ਤਾਂ ਇਹਦਾ ਮਤਲਬ ਇਹ ਹੈ ਕਿ 200-250 ਜਿਹੜੇ ਸਾਡੇ ਕੋਲ ਬੈੱਡ ਵਧੇ ਨੇ। ਅੱਜ ਦੀ ਡੇਟ ਸਾਡੇ ਕੋਲ 900 ਦੇ ਕਰੀਬ ਬੈੱਡ ਜਿਹੜੇ ਹੈਗੇ ਆ L2 ਔਰ 65 ਜਿਹੜੇ ਹੈਗੇ ਆ L3, ਜ਼ਿਆਦਾ ਸੀਰੀਅਸ ਮਰੀਜ਼ਾਂ ਦੇ ਜਿਹੜੇ ਬੈੱਡ ਨੇ ਉਹ ਸਾਡੇ ਕੋਲ ਖਾਲੀ ਨੇ। ਔਰ ਇਹ ਤੁਹਾਡੇ ਸਹਿਯੋਗ ਨਾਲ, ਔਰ ਖ਼ਾਸ ਤੌਰ 'ਤੇ ਮੈਂ ਵਰਧਮਾਨ ਸਪੈਸ਼ਲ ਸਟੀਲਸ, ਵੈਲਟੈਕ ਇੰਡਸਟਰੀ ਜਿਨ੍ਹਾਂ ਨੇ ਲੋਕਲ ਸਾਨੂੰ ਆਕਸੀਜਨ ਬਣਾ ਕੇ ਦਿੱਤੀ, ਇਸ ਤੋਂ ਇਲਾਵਾ ਸਾਡੇ ਆਕਸੀਜਨ ਦੇ ਜਿਹੜੇ ਡਿਸਟਰੀਬਿਊਟਰਸ ਹੈਗੇ ਨੇ ਜਿਨ੍ਹਾਂ 'ਚ ਮੇਨ ਬਹੁਤ ਸਾਰੇ ਨੇ, ਮੈਨੂੰ ਨਾਮ ਅਜੇ ਯਾਦ ਨਹੀਂ, ਤਾਂ ਹਰਪ੍ਰੀਤ ਕ੍ਰਾਇਓਜੈਨਿਕਸ ਕਰਕੇ ਹੈ ਮੈਨੂੰ ਲੱਗਦਾ, ਇੱਕ ਦੀਪਕ ਗੈਸਿਸ ਕਰਕੇ ਹੈਗਾ, ਹੋਰ ਕਈ ਸਾਰੇ ਹੈਗੇ ਨੇ ਜਿਨ੍ਹਾਂ ਦੇ ਮੈਨੂੰ ਇਸ ਵੇਲੇ ਭੁੱਲ ਗਏ। ਪਰ ਇਹਨਾਂ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਔਰ ਆਕਸੀਜਨ ਟੀਮ ਜਿਹੜੀ ਹੈਗੀ ਹੈ, ਇੱਕ ਵੀ ਜਾਨ ਜਿਹੜੀ ਹੈਗੀ ਹੈ ਲੁਧਿਆਣੇ 'ਚ ਜਿਹੜੀ ਹੈਗੀ ਆਕਸੀਜਨ ਦੀ ਕਮੀ ਕਰਕੇ ਨਹੀਂ ਗਈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿਲ ਹਿਲਾ ਦੇਣ ਵਾਲੀਆਂ ਇੱਦਾਂ ਦੀਆਂ ਗੱਲਾਂ ਆਈਆਂ, ਪਰ ਇਹ ਸਾਰਾ ਕੁਝ ਸੰਭਵ ਹੋਇਆ ਸਿਰਫ ਤੁਹਾਡੇ ਸਹਿਯੋਗ ਨਾਲ, ਇੱਥੋਂ ਦੀ ਇੰਡਸਟਰੀ ਦੇ ਸਹਿਯੋਗ ਨਾਲ, ਜਿਨ੍ਹਾਂ ਨੇ ਕਿ ਆਪਦੇ ਕਾਰੋਬਾਰ ਛੱਡ ਕੇ ਸਾਰੀ ਇੰਡਸਟਰੀ ਵਾਲੀ ਜਿਹੜੀ ਆਕਸੀਜਨ ਹੈ ਸਾਨੂੰ ਅਵੇਲੇਬਲ ਕਰਾਈ। ਔਰ ਦੂਜੀ ਇਹ ਵੀ ਗੱਲ ਇੱਕ ਰਿਮਾਰਕੇਬਲ ਰਹੀ ਕਿ ਮੈਂ ਹੌਸਪੀਟਲਸ ਨੂੰ ਔਰ ਡਾਕਟਰਸ ਨੂੰ ਵੀ ਇਸ ਗੱਲ ਦੀ ਉਹ ਦਿੰਦਾ ਕਿ ਜਦੋਂ ਇਹਨਾਂ ਨੂੰ ਬੈੱਡਸ ਵਧਾਉਣ ਲਈ ਕਿਹਾ ਗਿਆ ਉਹ ਵੀ ਵਧਾਏ, ਔਰ ਪਿਛਲੇ 1.25 ਸਾਲ ਤੋਂ ਦਿਨ ਰਾਤ ਕੰਮ ਕਰ ਰਹੇ ਆ। ਡਾਕਟਰਸ ਔਰ ਕੰਟਰੋਲ ਰੂਮ ਦੇ ਸਹਿਯੋਗ ਨਾਲ ਕੋਈ ਵੀ ਇੱਕ ਵੀ ਮਰੀਜ਼ ਜਿਹੜਾ ਐਸਾ ਨਹੀਂ ਰਿਹਾ ਕਿ ਜਿਹਨੂੰ ਦਾਖਲਾ ਨਾ ਮਿਲਣ ਕਰਕੇ ਮੌਤ ਹੋਈ ਹੋਵੇ। ਕੋਈ ਲੇਟ ਆਇਆ, ਬਰੋਡ ਡੈਡ ਹੋ ਗਿਆ ਜਾਂ ਹੌਸਪੀਟਲ ਦੀ ਪੋਰਚ 'ਚ ਆ ਕੇ ਡੈਥ ਹੋ ਗਈ, ਉਹ ਗੱਲ ਵੱਖਰੀ ਹੈ। ਔਰ ਇਹ ਬਿਮਾਰੀ ਖਤਰਨਾਕ ਹੈ, ਪਹਿਲੇ ਦਿਨੋਂ ਹੀ ਅਸੀਂ ਕਹਿ ਰਹੇ ਹਾਂ, ਹਰ ਰੋਜ਼ ਹੀ ਇੰਨੀਆਂ ਜ਼ਿਆਦਾ ਮੌਤਾਂ ਹੋ ਰਹੀਆਂ ਨੇ। ਹੁਣ ਤੱਕ ਹੀ ਕੁੱਲ ਜਿਹੜੀਆਂ ਬਹੁਤ ਸਾਰੀਆਂ ਡੈਥਸ ਹੋ ਚੁੱਕੀਆਂ ਨੇ, ਸੋ ਉਸ 'ਚ ਤਾਂ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਇਹ ਦੋ ਚੀਜ਼ਾਂ ਕਿ ਐਡਮਿਸ਼ਨ ਨਾ ਮਿਲਣਾ ਜਾਂ ਆਕਸੀਜਨ ਨਾ ਮਿਲਣਾ, ਇਹਦੇ ਕਰਕੇ ਕੋਈ ਮੌਤ ਨਹੀਂ ਹੋਈ। ਔਰ ਜਿਹੜੇ ਬੰਦੇ ਪ੍ਰਾਈਵੇਟ 'ਚ ਨਹੀਂ ਜਾ ਸਕਦੇ ਉਹਨਾਂ ਦੇ ਲਈ ਸਾਡਾ ਸਿਵਲ ਹਸਪਤਾਲ ਵਰਧਮਾਨ ਹਸਪੀਟਲ ਜਵੱਦੀ ਦਾ ਸਾਡਾ ਜਿਹੜਾ ਸੈਂਟਰ ਹੈਗਾ, ਜਾਂ ਮੈਰੀਟੋਰੀਅਸ ਸਕੂਲ ਹੈ, ਜਾਂ ਬਾਅਦ 'ਚ ਤਾਂ ਅਸੀਂ ਜਿਹੜੇ ਪੋਜ਼ੀਟਿਵ ਆਉਂਦੇ ਆ ਸਾਡੇ ਵਰਗ ਦੇ ਲੋਕ ਜਿਹੜੇ ਕੋਈ ਘਰੇ ਵੀ ਨਹੀਂ ਰਹਿਣਾ ਅਫੋਰਡ ਕਰਦੇ, ਰਾਧਾ ਸਵਾਮੀ ਸੈਂਟਰ ਦੇ ਵਿੱਚ ਔਰ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ, ਔਰ ਇਸੇ ਤਰ੍ਹਾਂ ਹੀ ਕੱਲ੍ਹ ਇੱਕ GTB ਕਰਕੇ ਜਿਹੜਾ ਸਾਡਾ ਇੱਕ ਵਿਕਲਾਂਗ ਕੇਂਦਰ ਹੈਗਾ, ਉੱਥੇ ਕਿਸੇ ਸੰਸਥਾ ਵੱਲੋਂ ਜਿਹੜਾ ਇਹ ਕੀਤਾ ਗਿਆ ਹੈਗਾ, ਜਿਹੜੀ ਕੋਵਿਡ ਰਿਸਪੌਂਸ ਟੀਮ ਕਰਕੇ ਇੱਕ ਸੰਸਥਾ ਹੈਗੀ ਹੈ। ਸੋ ਇੰਨੇ ਹੱਥ ਇਸ ਕੰਮ 'ਚ ਜੁੜੇ ਹੈਗੇ ਨੇ, ਇੰਨਾ ਸਹਿਯੋਗ ਆਇਆ ਤੁਹਾਡਾ, ਬਹੁਤ ਸਾਰੇ ਕੌਨਸਨਟਰੇਟਰਸ ਆਏ ਨੇ ਜਿਹੜੇ ਕਿ ਅਸੀਂ ਰੈੱਡ ਕਰਾਸ ਸੰਸਥਾ ਦੇ ਵਿੱਚ ਹੁਣ ਅਸੀਂ ਉਧਾਰ ਦੇ ਤੌਰ 'ਤੇ ਉਹਨੂੰ ਅਸੀਂ ਆਕਸੀਜਨ ਕੌਨਸਨਟਰੇਟਰ ਬੈਂਕ ਬਣਾਇਆ, ਕਿਉਂਕਿ ਕਈ ਲੋਕ ਜਿਹੜੇ ਕੋਵਿਡ ਤੋਂ ਠੀਕ ਹੋ ਜਾਂਦੇ ਨੇ ਘਰੇ ਜਾ ਕੇ ਵੀ ਉਹਨਾਂ ਨੂੰ ਆਕਸੀਜਨ ਦੀ ਲੋੜ ਅਜੇ ਪੈ ਰਹੀ ਹੈ। ਇੱਕ ਹੋਰ ਪ੍ਰਾਈਵੇਟ ਸੰਸਥਾ ਹੈ ਆਯੁਸ਼ ਜੈਨ ਜੀ ਜਿਹੜੇ ਹੈਗੇ ਆ, ਰਾਊਂਡ ਟੇਬਲ ਸੰਸਥਾ ਹੈਗੀ ਹੈ, ਉਹਨਾਂ ਨੇ ਵੀ ਆਪਣਾ ਆਕਸੀਜਨ ਬੈਂਕ ਬਣਾਇਆ ਹੈ। ਇੱਕ ਮੇਰੇ ਕੋਲ ਇੰਡੀਵਿਜੂਅਲਸ ਦੇ ਨਾਮ ਆਉਂਦੇ ਰਹਿੰਦੇ ਆ, ਜਿਵੇਂ ਇੱਕ ਕੋਈ ਮਿਸਟਰ ਮਿੱਕੀ ਕਰਕੇ ਇੱਕ ਵਿਅਕਤੀ ਹੈਗੇ ਨੇ, ਉਹਨਾਂ ਨੇ ਆਪਣੇ 3 ਆਕਸੀਜਨ ਕੌਨਸਨਟ੍ਰੇਸ਼ਨ ਯੂਨਿਟਸ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਦੇ ਰਹੇ ਹੈਗੇ ਨੇ। ਇਵੇਂ ਜ਼ਿਕਰ ਇੱਕ ਹੋਰ ਸੰਸਥਾ ਹੈ ਜਿਹੜੀ ਪੁਲਿਸ ਦੇ ਥਰੂ, ਸਾਡੇ CP ਸਾਹਿਬ ਦੇ ਥਰੂ ਸਾਨੂੰ ਕੱਲ੍ਹ 20 ਆਕਸੀਜਨ ਕੌਨਸਨਟਰੇਟਰ ਮਿਲੇ ਹੈ ਜਿਹੜੇ ਕਿ ਰੈੱਡ ਕਰਾਸ ਨੂੰ ਦਿੱਤੇ ਆ। ਮਤਲਬ ਇੰਨੇ ਅਣਗਿਣਤ ਹੱਥ ਜੁੜ ਕੇ ਅੱਗੇ ਆਏ ਨੇ
मैं किहदा ਨਾਂ ਲਵਾਂ। ਖਾਲਸਾ ਏਡ ਦੇ ਥਰੂ ਵੀ ਸਾਨੂੰ ਇੱਕ ਆਕਸੀਜਨ ਪਲਾਂਟ ਨਵਾਂ ਲੱਗਣ ਲਈ ਆ ਰਿਹਾ ਹੈਗਾ। ਸੋ ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਦੇ ਮੈਂ ਨਾਮ ਭੁੱਲ ਗਿਆ ਹੋਊਗਾ ਉਹਨਾਂ ਦੀ ਕੰਟਰੀਬਿਊਸ਼ਨ ਆਈ ਹੈਗੀ ਹੈ। ਇਸ ਤਰ੍ਹਾਂ ਇੰਡਸਟਰੀ ਵੱਲੋਂ ਗੰਗਾ ਐਕਰੋਬੂਲਸ ਕਰਕੇ ਹੈਗੇ ਆ, ਉਹਨਾਂ ਨੇ ਪਿੱਛੇ ਜੇ ਮੈਨੂੰ ਕੁਝ 15 ਲੱਖ ਰੁਪਏ ਦੀ ਕੰਟਰੀਬਿਊਸ਼ਨ ਆਈ ਸੀ ਔਰ ਉਹਦੇ ਰਾਹੀਂ ਅਸੀਂ ਆਕਸੀਜਨ ਖਰੀਦ ਕੇ ਜਿਹੜੀ ਹੈਗੀ ਹਸਪਤਾਲਾਂ ਤੱਕ ਪਹੁੰਚਾਈ ਹੈ। ਸੋ ਇਸ ਸਾਰੇ ਦੇ ਨਾਲ ਆਪਾਂ ਨੂੰ ਥੋੜ੍ਹੀ ਰਿਲੀਫ ਮਿਲੀ ਹੈ, ਬਟ ਅਜੇ ਵੀ ਇਹ ਜਿਹੜੇ ਬੰਧਨ ਹੈਗੇ ਨੇ ਇੱਦਾਂ ਹੀ ਅਸੀਂ 31 ਤਰੀਕ ਤੱਕ ਲਾਗੂ ਰਹਿਣਗੇ। 31 ਤਰੀਕ ਤੋਂ ਬਾਅਦ ਸਰਕਾਰ ਵੱਲੋਂ ਜੋ ਵੀ ਅੱਗੇ ਆਦੇਸ਼ ਆਉਣਗੇ ਉਸ 'ਤੇ ਆਪਾਂ ਅੱਗੇ ਵਧਾਂਗੇ। ਬਹੁਤ ਸਾਰੇ ਲੋਕਾਂ ਨੇ, ਮੈਜੋਰਿਟੀ ਨੇ ਕੋਈ ਛੋਟ ਦੀ ਮੰਗ ਨਹੀਂ ਕੀਤੀ, ਪਰ ਫॉर ਓਬਵੀਅਸ ਰੀਜ਼ਨਸ ਰੁਜ਼ਗਾਰ ਦਾ ਜਿਵੇਂ ਹਰੇਕ ਬੰਦੇ ਨੂੰ ਹੁੰਦਾ ਹੈ, ਕਈ ਲੋਕਾਂ ਨੂੰ ਇਹ ਹੈ ਕਿ ਛੋਟ ਕਰ ਦਿੱਤੀ ਜਾਵੇ, ਬਟ ਆਲਰੇਡੀ ਅਸੀਂ ਇਹ ਛੋਟ ਕਰਤੀ ਕਿ ਹਰ ਵਰਗ 12 ਵਜੇ ਤੱਕ ਆਪਣਾ ਕੰਮ ਕਰ ਸਕਦਾ ਹੈ। 12 ਵਜੇ ਤੱਕ ਮੈਨੂੰ ਪਤਾ ਔਖਾ ਹੈ, ਨਿਬੜਦੇ ਨਹੀਂ ਕੰਮ ਹੈਗੇ, ਪਰ ਤੁਸੀਂ ਇਹ ਦੇਖੋ ਵੀ ਆਪਾਂ ਥੋੜ੍ਹੀ ਜਿਹੀ ਤਕਲੀਫ ਝੱਲ ਕੇ ਐਡੇ ਵੱਡੇ ਮੈਟਰੋਪੋਲੀਟਨ ਟਾਊਨ ਨੂੰ, ਨਹੀਂ ਤੁਸੀਂ ਦੱਸੋ ਵੀ ਦਿੱਲੀ ਅਤੇ ਲੁਧਿਆਣੇ 'ਚ ਕੋਈ ਫਰਕ ਹੈ? ਦਿੱਲੀ ਵੱਡਾ ਹੈ ਪਰ ਉਹ ਜੇ ਉਹਦੇ ਰਿਸੋਰਸਿਸ, ਉਹਨਾਂ ਦੇ ਹਸਪਤਾਲ ਵੀ ਵੱਡੇ ਨੇ, ਆਪਾਂ ਉਹਦੇ ਨਾਲੋਂ ਛੋਟੇ ਹਾਂ ਪਰ ਬਹੁਤਾਂ ਨਾਲੋਂ ਵੱਡੇ ਆ। ਉਹ ਜੇ ਸਾਡੇ ਹਸਪਤਾਲ ਵੀ ਘੱਟ ਨੇ, ਵੀ ਆਪਣੇ ਕਿਸੇ ਚੀਜ਼ ਦੀ ਤੋਟ ਨਹੀਂ ਆਈ ਹੈ। ਸਿਰਫ ਔਰ ਸਿਰਫ ਇਹਦਾ ਸਿਹਰਾ ਅੱਛੀ ਟੀਮ, ਅੱਛੇ ਡਾਕਟਰਸ ਔਰ ਤੁਹਾਨੂੰ ਜਾਂਦਾ ਹੈ, ਕਿਉਂਕਿ ਤੁਸੀਂ ਇਹ ਜਿਹੜੇ ਬੰਦਸ਼ਾਂ ਸੀਗੀਆਂ, ਮੈਂ ਬੜੀ ਵਾਰੀ 12 ਸਵਾ 12 ਵਜੇ ਮਾਰਕੀਟ 'ਚ ਨਿਕਲਦਾ, ਮੋਰਲੈਸ ਬੰਦ ਹੁੰਦਾ। ਕਈ ਲੋਕਾਂ ਵੱਲੋਂ ਜਿਵੇਂ ਡਿਮਾਂਡ ਆਈ ਹੈ ਵੀ ਹੋਮ ਡਿਲੀਵਰੀ ਇਹ ਵੋ, ਬਟ ਅਲਟੀਮੇਟਲੀ ਉਹਨਾਂ ਨੇ ਵੀ ਈਵਨ ਅਕਸ਼ੇ ਤ੍ਰਿਤੀਆ ਵਗੈਰਾ ਨੂੰ ਲੋਕਾਂ ਨੇ ਕਿਹਾ ਜੀ ਵੀ ਇਹ ਗਹਿਣਿਆਂ ਦੀਆਂ ਦੁਕਾਨਾਂ ਦੇ ਦਿਓ, ਬਟ ਮੈਂ ਰਿਕੁਐਸਟ ਕੀਤੀ ਵੀ ਯਾਰ ਗਹਿਣੇ ਸਾਰੀ ਉਮਰ ਹੀ ਪਾਈ ਜਾਣੇ ਆ, ਬਟ ਜੇ ਆਪਾਂ ਮਤਲਬ ਕਰਾਂਗੇ। ਬਟ ਮੈਜੋਰਿਟੀ ਨੇ ਮੇਰਾ ਦੇਖੋ ਇਸ 'ਚ ਤੁਸੀਂ ਸਾਰਿਆਂ ਨੇ ਸਹਿਯੋਗ ਕੀਤਾ ਔਰ ਅੱਗੇ ਵੀ ਤੁਸੀਂ ਕਰੋਗੇ। ਆਪਾਂ ਆਪਣੇ ਸ਼ਹਿਰ ਨੂੰ ਪੂਰੀ ਤਰ੍ਹਾਂ ਕੱਢਣਾ ਹੈਗਾ। 31 ਤਰੀਕ ਤੱਕ ਆਪਾਂ ਸਾਰਿਆਂ ਨੇ ਇਸ 'ਚ ਧੰਮਲ ਰੱਖਣਾ। ਅੱਜ ਦੀ ਜਿਹੜੀ ਅਫਸੋਸਨਾਕ ਗੱਲ ਇਹ ਹੈ ਕਿ ਮੈਕਸੀਮਮ ਆਪਣੀਆਂ ਡੈਥਸ 2 ਦਿਨ 30 ਤੱਕ ਗਈਆਂ, ਫਿਰ ਘਟ ਕੇ 20 ਆਈਆਂ, 21 ਹੋ ਗਈਆਂ, ਫਿਰ 27 ਡੈਥਸ ਹੋ ਗਈਆਂ। ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਦਾ ਰਿਹਾ ਕਿ ਬਿਮਾਰੀ ਖਤਰਨਾਕ ਹੈ, ਇਹਨੂੰ ਕਦੇ ਵੀ ਘੱਟ ਕਰਕੇ ਨਹੀਂ, ਇਹਨੂੰ ਤੁਸੀਂ ਮੁਲਾਂਕਣ ਇਹਦਾ ਕਰਨਾ। ਔਰ ਖਾਸ ਕਰ ਇਸ ਵਾਰ ਦਾ ਜਿਹੜਾ ਵਿਰੂਲੈਂਸ ਸੀਗਾ ਉਹ ਬੜਾ ਖਤਰਨਾਕ ਸੀਗਾ। ਸਾਡੇ ਕੋਲੇ ਜਿਹੜੇ ਬੈੱਡ ਹੈਗੇ ਨੇ, ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ 1896 ਬੈੱਡ ਅੱਜ ਭਰੇ ਨੇ ਔਰ 960 ਦੇ ਕਰੀਬ ਬੈੱਡ ਖਾਲੀ ਨੇ। ਹੁਣ ਜਿਹੜਾ ਸੈਕਿੰਡ ਪਾਰਟ ਮੈਂ ਜਿਹਦੇ 'ਚ ਬੋਲਣਾ ਹੈਗਾ ਉਹ ਸਪੈਸ਼ਲ ਮੇਰੇ ਪਿੰਡਾਂ ਦੇ ਵੀਰਾਂ ਅਤੇ ਭੈਣਾਂ ਲਈ ਹੈਗਾ। ਕੱਲ੍ਹ ਮਾਣਯੋਗ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਮਿਸ਼ਨ ਫਤਿਹ ਪੇਂਡੂ ਸ਼ੁਰੂ ਕੀਤਾ ਹੈਗਾ ਪਿੰਡਾਂ ਦੇ ਲਈ। ਹੁਣ ਇਹ ਬਿਮਾਰੀ ਕੀ ਹੈ ਕਿ ਪਹਿਲਾਂ ਬੰਬੇ, ਦਿੱਲੀ ਵਰਗੇ ਵੱਡੇ ਸ਼ਹਿਰਾਂ 'ਚ ਆਈ ਵਿਦੇਸ਼ਾਂ ਤੋਂ, ਉੱਥੇ ਆਮਦਰਫਤ ਲੋਕਾਂ ਦੀ ਜ਼ਿਆਦਾ ਹੁੰਦੀ ਹੈ। ਫਿਰ ਇਹ ਮੱਧ ਵਰਗ ਦੇ ਜਿਹੜੇ ਮੱਧ ਲੈਵਲ ਦੇ ਜਿਹੜੇ ਸ਼ਹਿਰ ਸੀਗੇ, ਲੁਧਿਆਣਾ ਵਗੈਰਾ 'ਚ ਆਈ। ਹੁਣ ਇੱਥੋਂ ਅੱਗੇ ਪਿੰਡਾਂ ਤੱਕ ਅੱਪੜ ਗਈ ਹੈਗੀ ਹੈ। ਪਿੰਡਾਂ 'ਚ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ, ਤੁਸੀਂ ਹੋਰ ਸੂਬਿਆਂ ਦੀਆਂ ਬੜੀਆਂ ਦਿਲ ਹਿਲਾਉਣ ਵਾਲੀਆਂ ਖਬਰਾਂ ਸੁਣੀਆਂ ਹੋਣਗੀਆਂ ਕਿ ਕਈ ਰਾਜ ਐਸੇ ਨੇ ਕਿ ਜਿੱਥੇ ਸੰਸਕਾਰ ਕਰਨ ਲਈ ਵੀ ਪੂਰੇ ਇੰਤਜ਼ਾਮਾਤ ਨਹੀਂ ਹੈਗੇ। ਸਾਡੇ ਪਿੰਡਾਂ ਦੇ ਵਿੱਚ ਵੀ ਕਿਤੇ ਕਿਤੇ ਡਿਸਟਰਬਿੰਗ ਖਬਰਾਂ ਆ ਰਹੀਆਂ ਨੇ ਕਿ ਵੀ ਮੌਤ ਹੁੰਦੀ ਹੈ, ਉਹ ਸਮਝ ਲੈਂਦੇ ਆ ਕਿ ਵੀ ਕੋਈ ਵਾਇਰਸ, ਕੋਈ ਹੋਰ ਵਾਇਰਲ ਬੁਖਾਰ ਹੋ ਗਿਆ ਜਾਂ ਕੋਈ ਇਹਨੂੰ ਸੈੱਲ ਘਟਣ ਦੀ ਬਿਮਾਰੀ ਸਮਝ ਲੈਂਦਾ, ਕੋਈ ਇਹਨੂੰ ਮਿਆਦੀ ਬੁਖਾਰ ਜਾਂ ਟਾਈਫਾਇਡ, ਸਾਹ ਦੀ ਸਮੱਸਿਆ ਆ ਗਈ ਸੀ। ਪਰ ਜਿਹੜੀ ਅਸਲ ਗੱਲ ਹੈ ਉਸ ਤੋਂ ਆਪਾਂ ਪਾਸੇ ਹਟ ਰਹੇ ਹਾਂ। ਆਪਾਂ ਮਤਲਬ ਸ਼ਾਇਦ ਪਤਾ ਨਹੀਂ ਕੋਈ ਸੰਗ ਮੰਨਦੇ ਨੇ ਜਾਂ ਕੋਈ ਮਨ 'ਚ ਇਸ ਤਰ੍ਹਾਂ ਦੀ ਗੱਲ ਹੈ। ਤਾਂ CM ਸਾਹਿਬ ਨੇ ਇਹ ਕਿਹਾ ਕਿ ਜਿਵੇਂ ਸ਼ਹਿਰਾਂ 'ਚ ਇਹ ਬਿਮਾਰੀ ਹੁੰਦੀ ਹੈ, ਪਿੰਡਾਂ ਦੇ ਲੋਕਾਂ 'ਚ ਵੀ ਉਹੀ ਲਹੂ ਹੈ, ਉਹੀ ਜਾਨ ਹੈ। ਤਾਂ ਇਹ ਬਿਮਾਰੀ ਜਿਹੜੀ ਹੈਗੀ ਜੇ ਸ਼ਹਿਰ 'ਚ ਫੈਲ ਸਕਦੀ ਹੈ ਤਾਂ ਪਿੰਡ 'ਚ ਫੈਲ ਸਕਦੀ ਹੈ। ਇਹਨੂੰ ਕਾਬੂ ਕਰਨ ਦਾ ਤਰੀਕਾ ਕੀ ਹੈ? ਸਭ ਤੋਂ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਸਵੀਕਾਰ ਕਰਨਾ ਪੈਣਾ ਹੈ ਕਿ ਹਾਂ ਇਹ ਬਿਮਾਰੀ ਹੈ ਔਰ ਅਸੀਂ ਵੀ ਇਹ ਬਿਮਾਰੀ ਹੈ ਹੀ ਨਹੀਂ, ਇਹ ਕੋਰੀਆਂ ਅਫਵਾਹਾਂ ਸੀਗੀਆਂ, ਇਹਨਾਂ ਅਫਵਾਹਾਂ 'ਚ ਨਹੀਂ ਆਉਣਾ। ਸੋ ਸਾਰੇ ਮੇਰੇ ਪਿੰਡਾਂ ਦੇ ਵੀਰ ਭੈਣ, ਅੱਜ ਅਸੀਂ ਸਾਰੇ ADC, SDMs, ਮੈਂ ਖੁਦ ਡਾਕਟਰ ਵਿਸ਼ਵ ਮੋਹਨ, ਹੋਰ ਸਾਡੇ ਸੀਨੀਅਰ ਡਾਕਟਰ ਸਾਹਿਬਾਨ, ਸਿਵਲ ਸਰਜਨ, ਸਾਰੇ ਅਸੀਂ ਕਈ ਪਿੰਡਾਂ 'ਚ ਜਾ ਕੇ ਆਏ ਆ। ਕੱਲ੍ਹ ਜਿਵੇਂ ਮੈਂ ਇੱਕ ਬੇਟ ਏਰੀਏ ਦਾ ਪਿੰਡ ਮਲਕਪੁਰ ਸੀਗਾ, ਅੱਜ ਮੈਂ ਪਾਇਲ ਏਰੀਏ ਦਾ ਇੱਕ ਪਿੰਡ ਜਿਹੜਾ ਘਲੋਟੀ ਹੈਗਾ, ਫਿਰ ਉਸ ਤੋਂ ਬਾਅਦ ਮੈਂ ਇੱਕ ਰਕਬਾ ਪਿੰਡ ਹੈ ਉਸ ਏਰੀਏ 'ਚ ਜਾ ਕੇ ਆਇਆ। ਹੋਰ ਸਾਡੇ ਸਾਰੇ ਲੋਕ ਜਾ ਕੇ ਆਏ ਨੇ। ਅਸੀਂ ਜੇ ਛੋਟੇ ਛੋਟੇ ਇਕੱਠ 'ਚ ਵੀ ਇਹ ਗੱਲ ਕਰਾਂਗੇ, ਤੁਸੀਂ ਵੀ ਆਪਣੀ ਸੱਥ 'ਚ ਪੰਚਾਇਤ 'ਚ ਇਹ ਗੱਲ ਕਰੋਗੇ, ਬੜੀ ਦੂਰ ਤੱਕ ਜਾਊਗੀ। ਦੂਜੀ ਗੱਲ ਇਹ ਹੈ ਵੀ ਇਸ ਬਿਮਾਰੀ ਜਦੋਂ ਹੋ ਜੇ, ਟੈਸਟ ਤੋਂ ਨਹੀਂ ਘਬਰਾਉਣਾ। ਜਦੋਂ ਆਪਾਂ ਟੈਸਟ ਹੋ ਗਿਆ ਉਹ ਬੰਦੇ ਨੂੰ ਅਲੱਗਾ ਕਰ ਦੇਣਾ। ਜੇ ਆਕਸੀਜਨ ਘਟਣ ਲੱਗਦੀ ਹੈ, ਤਾਪ ਜ਼ਿਆਦਾ ਹੁੰਦਾ, ਨੇੜੇ ਦੇ ਸਰਕਾਰੀ ਹਸਪਤਾਲ 'ਚ ਬਿਲਕੁਲ ਫ੍ਰੀ ਇਲਾਜ ਹੈ। ਜੇ ਤੁਸੀਂ ਪ੍ਰਾਈਵੇਟ 'ਚ ਜਾਣਾ ਚਾਹੁੰਦੇ ਹੋ ਉੱਥੇ ਚਲੇ ਜਾਓ। ਸਰਕਾਰ ਧੱਕੇ ਨਾਲ ਤੁਹਾਨੂੰ ਕਿਤੇ ਨਹੀਂ ਬੰਦ ਕਰਨ ਲੱਗੀ, ਪਰ ਇਹਨੂੰ ਘਰੇ ਨਹੀਂ ਆਪਦੀ ਬਿਮਾਰੀ ਨੂੰ ਲੈ ਕੇ ਬੈਠਣਾ। ਜਦ ਤੱਕ ਅਸੀਂ ਡਾਕਟਰ ਕੋਲ ਨਹੀਂ ਜਾਵਾਂਗੇ ਅਸੀਂ ਠੀਕ ਨਹੀਂ ਹੋਵਾਂਗੇ। ਫਿਰ ਉਸ ਤੋਂ ਬਾਅਦ ਇਹ ਹੈਗਾ ਕਿ ਇਹਦਾ ਇਲਾਜ ਬੜਾ ਸਿੰਪਲ ਹੈ। ਘਰੇ ਵੀ ਤੁਸੀਂ ਸਿੰਪਲ ਬੁਖਾਰ ਦੀ ਜਾਂ ਵਿਟਾਮਿਨ C ਦੀਆਂ ਗੋਲੀਆਂ ਲੈਣੀਆਂ। ਜਦੋਂ ਤੁਸੀਂ ਪੋਜ਼ੀਟਿਵ ਆ ਜਾਂਦੇ ਹੋ, ਸਾਡੀ ਟੀਮ ਤੁਹਾਡੇ ਨਾਲ ਕੰਟੈਕਟ ਕਰਕੇ ਪਿੰਡਾਂ 'ਚ
ਅਸੀਂ ਹਰ ਪਿੰਡ ਲੈਵਲ ਦੀ ਕਮੇਟੀ ਬਣਾਈ ਹੈ, ਤੁਹਾਨੂੰ ਮਿਸ਼ਨ ਫਤਿਹ ਕਿੱਟ ਦਊਗੀ। ਆਕਸੀਮੀਟਰ ਆਕਸੀਮੀਟਰ ਕੀ ਹੈ, ਸਿੰਪਲੀ ਆਪਣੀ ਉਂਗਲ ਤੇ ਲਾ ਕੇ ਤੁਸੀਂ ਦੇਖਣਾ ਮੇਰੀ ਆਕਸੀਜਨ ਕਿੰਨੀ ਹੈ। ਜੇ 94 ਤੋਂ ਘਟਦੀ ਹੈ ਤਾਂ ਖਤਰੇ ਦੀ ਘੰਟੀ ਹੈਗੀ ਹੈ। ਉਸ ਤੋਂ ਬਾਅਦ ਤੁਸੀਂ ਉਚੇਚੇ ਤੌਰ ਤੇ ਕਿਸੇ ਨਾ ਕਿਸੇ ਹਸਪਤਾਲ ਜਾਣਾ। ਕਈਆਂ ਨੂੰ ਤੁਰੰਤ ਨਾ ਹੁੰਦਾ ਵੀ ਖਰਚਾ ਜ਼ਿਆਦਾ ਹੋਊਗਾ ਤਾਂ ਤੁਸੀਂ ਸਰਕਾਰੀ 'ਚ ਆ ਜਾਓ, ਚਾਹੇ ਉਹ ਰਾਏਕੋਟ ਦਾ ਹਸਪਤਾਲ ਹੋਵੇ, ਖੰਨੇ ਦਾ ਹੋਵੇ, ਜਗਰਾਓਂ ਦਾ ਹੋਵੇ, ਸਾਰੀਆਂ ਥਾਵਾਂ 'ਤੇ ਅਸੀਂ ਇੰਤਜ਼ਾਮ ਕੀਤੇ। ਐਵੇਂ ਹੀ ਇੱਥੋਂ ਦਾ ਸਿਵਲ ਹਸਪਤਾਲ ਹੋਵੇ, ਰਾੜਾ ਸਾਹਿਬ ਦੇ ਵਿੱਚ ਹੋਵੇ, ਰਾਧਾ ਸਵਾਮੀ ਸਤਸੰਗ ਭਵਨ 'ਚ ਹੋਵੇ, ਔਰ ਇਵੇਂ ਜੀ ਕਈ ਸਾਡੀ ਕੁਝ ਸੰਸਥਾਵਾਂ ਨੇ ਇੱਥੇ ਆਪਣੇ ਹਸਪਤਾਲ ਵੀ ਖੋਲ੍ਹੇ ਹੈਗੇ ਹੈ। ਫਿਰ ਉਸ ਤੋਂ ਬਾਅਦ ਜਵੱਦੀ ਦਾ ਸਾਡਾ CSC ਜਿਹੜਾ ਹੈਗਾ ਉੱਥੇ ਹੋਵੇ। ਸਾਰੀਆਂ ਥਾਵਾਂ 'ਤੇ ਫ੍ਰੀ ਇਲਾਜ ਹੈ, ਉੱਥੇ ਤੁਸੀਂ ਆ ਕੇ ਇਲਾਜ ਕਰਾਉਣਾ। ਅਖੀਰ 'ਚ ਜਿਹੜੀ ਗੱਲ ਹੈਗੀ ਹੈ ਵੀ ਇਹ ਨੌਬਤ ਹੀ ਨਾ ਆਵੇ, ਆਪਣੇ ਬੱਚੇ, ਮਾਤਾਵਾਂ, ਬਜ਼ੁਰਗ, ਭੈਣਾਂ ਸਾਰੇ ਤਾਂ ਕਿ ਇਸ ਤੋਂ ਪ੍ਰਭਾਵਿਤ ਨਾ ਹੋਣ। 18 ਸਾਲ ਤੋਂ ਉੱਪਰ ਜਿੰਨਾ ਵੀ ਲੋਕਾਂ ਦੀ ਉਮਰ ਹੈਗੀ ਹੈ, ਸਾਰਿਆਂ ਲਈ ਜਿਹੜੀ ਦਵਾਈ ਹੈ ਉਹ ਮੁਫਤ ਪੰਜਾਬ ਸਰਕਾਰ ਭੇਜ ਰਹੀ ਹੈ। ਉਹ ਜਿਹੜੀ ਦਵਾਈ ਹੈਗੀ ਹੈ ਜਦੋਂ ਆਉਂਦੀ ਹੈ, ਇਸ ਅਫਵਾਹ 'ਚ ਨਹੀਂ ਆਉਣਾ। ਕਈ ਲੋਕਾਂ ਨੇ ਅਫਵਾਹ ਫੈਲਾਤੀ ਵੀ ਜੀ ਇਹਦੇ ਨਾਲ ਪਤਾ ਨਹੀਂ ਕੋਈ ਜਾਨੀ ਨੁਕਸਾਨ ਹੋ ਗਿਆ, ਕੀ ਹੋ ਗਿਆ। ਇਹ ਸਾਰੀਆਂ ਕੋਰੀਆਂ ਅਫਵਾਹਾਂ ਨੇ। ਤੁਸੀਂ ਇਹਨੂੰ ਵੱਧ ਚੜ੍ਹ ਕੇ ਟੀਕੇ ਨੂੰ ਲਗਵਾਉਣਾ ਹੈ। ਜਦੋਂ 60-70% ਲੋਕਾਂ ਨੇ ਟੀਕਾ ਲਾ ਲਿਆ ਤਾਂ ਸਮਝੋ ਆਪਾਂ ਜੰਗ ਫਤਿਹ ਕਰ ਲਈ। ਉਸ ਤੋਂ ਬਾਅਦ ਫਿਰ ਇਹ ਬਿਮਾਰੀ ਦੀ ਤੀਜੀ ਵੇਵ ਨਹੀਂ ਆਊਗੀ। ਇਹ ਲੋਕ ਤੁਹਾਡੇ ਦੋਖੀ ਨੇ ਜਿਹੜੇ ਤੁਹਾਨੂੰ ਇਸ ਗੱਲ ਲਈ ਵਹਿਮ ਪਾਉਂਦੇ ਨੇ ਕਿ ਵੀ ਪਤਾ ਨਹੀਂ ਸਰਕਾਰ ਜਾਣਬੁੱਝ ਕੇ ਕਰ ਰਹੀ ਹੈ। ਇੱਕ ਟੀਕਾ ਜਿਹੜਾ ਹੈਗਾ ਉਸ 'ਤੇ ਕੀਮਤ ਲੱਗ ਰਹੀ ਹੈ ਸਰਕਾਰ ਦੀ, ਸੈਂਕੜੇ ਰੁਪਏ ਲੱਗ ਰਹੇ ਨੇ। ਔਰ ਜਦੋਂ ਆਪਾਂ ਇਹ ਸਾਰਾ ਕੁਝ ਖਰੀਦਦੇ ਹਾਂ, ਕਰਦੇ ਹਾਂ, ਡਾਕਟਰ ਜਾਂਦੇ ਨੇ, ਗੱਡੀਆਂ ਜਾਂਦੀਆਂ ਨੇ, ਇਹ ਸਾਰਾ ਬੜਾ ਕੀਮਤੀ ਜਿਹੜਾ ਹੈਗਾ ਇਹ ਸਾਰਾ ਇੰਤਜ਼ਾਮ ਕਰਨਾ। ਬਟ ਆਪਣੇ ਸਿਟੀਜ਼ਨਸ ਦੇ ਪ੍ਰਤੀ, ਆਪਣੇ ਨਾਗਰਿਕਾਂ ਦੇ ਪ੍ਰਤੀ ਹਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਕੋਈ ਆਸਾਨ ਨਹੀਂ ਹੈ। ਪਰ ਨਾਗਰਿਕਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਚੀਜ਼ ਉਹਨਾਂ ਦੇ ਬੂਹੇ 'ਤੇ ਆਵੇ, ਕਿਸੇ ਪਿੰਡ 'ਚ ਜਾਂਦੇ ਹਾਂ ਵੀ 20 ਟੀਕੇ ਲੱਗੇ, 25 ਲੱਗੇ, 200 ਦੀ ਤਿਆਰੀ ਕਰਕੇ ਗਏ ਹੁੰਦੇ ਆ। ਇੱਦਾਂ ਦੀ ਸਥਿਤੀ ਆਪਾਂ ਨਹੀਂ ਆਉਣ ਦੇਣੀ। ਹੁਣ ਤੁਸੀਂ ਦੇਖਿਆ ਹੋਣਾ ਵੀ ਵੱਡੇ ਸ਼ਹਿਰਾਂ ਦੇ ਲੋਕ ਇੰਨੇ ਜਾਗਰੂਕ ਹੋ ਗਏ, ਲਾਈਨਾਂ ਲਾ ਕੇ, ਦਿੱਲੀ ਹੋਏ, ਬੰਬੇ ਹੋਏ, ਸਾਰੀਆਂ ਥਾਵਾਂ 'ਤੇ, ਕਾਨਪੁਰ ਹੋਏ, ਹਰ ਜਗ੍ਹਾ ਲਾਈਨਾਂ ਲਾ ਕੇ ਇੰਜੈਕਸ਼ਨ ਲੈ ਰਹੇ ਆ। ਆਪਣੇ ਕਰਮ ਚੰਗੇ ਨੇ ਕਿ ਆਪਣੀ ਸਰਕਾਰ ਨੇ ਐਡੇ ਵੱਡੇ ਪੱਧਰ 'ਤੇ ਦਵਾਈ ਦਾ ਇੰਤਜ਼ਾਮ ਕੀਤਾ। ਸੋ ਹੁਣ ਹੌਲੀ ਹੌਲੀ ਇਹਦੀ ਜਿਹੜੀ ਸਪਲਾਈ ਹੈ ਉਹ ਕੰਪਨੀਆਂ ਵੱਲੋਂ, ਸੈਂਟਰ ਵੱਲੋਂ ਘਟਣੀ ਸ਼ੁਰੂ ਹੋ ਗਈ, ਕਿਉਂਕਿ ਹੋਰ ਸੂਬਿਆਂ ਨੇ ਮੰਗ ਕਰਨੀ ਸ਼ੁਰੂ ਕਰਤੀ। ਪਰ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਜਦੋਂ ਵੀ ਤੁਹਾਡਾ ਮੌਕਾ ਆਉਂਦਾ ਹੈਗਾ ਤੁਸੀਂ ਇੰਜੈਕਸ਼ਨ ਜ਼ਰੂਰ ਲਵਾਉਣੇ ਆ। ਸੋ ਇਹ ਜਿਹੜੀ ਮੇਰੀ ਪਿਛਲੇ 2-4-5 ਮਿੰਟ ਮੈਂ ਬੋਲੇ, ਇਕੱਲੇ ਪਿੰਡਾਂ ਦੇ ਵੀਰਾਂ ਲਈ ਹੈ, ਕਿਉਂਕਿ ਹੁਣ ਸ਼ਹਿਰਾਂ 'ਚ ਘਟ ਰਹੀ ਹੈ, ਪਿੰਡਾਂ 'ਚ ਵੱਧ ਰਹੀ ਹੈ। ਸੋ ਆਪਾਂ ਆਪਦੇ ਪਿੰਡ 'ਚ ਠੀਕਰੀ ਪਹਿਰਾ ਵੀ ਲਾ ਸਕਦੇ ਹਾਂ ਵੀ ਗੈਰ ਜ਼ਰੂਰੀ ਲੋਕ ਜਿਹੜੇ ਆਉਂਦੇ ਆ ਉਹਨਾਂ ਨੂੰ ਥੋੜ੍ਹੀ ਮਨਾਹੀ ਕਰੀਏ, ਔਰ ਆਪ ਵੀ ਜਾਣ ਤੋਂ ਕਰੀਏ। ਔਰ ਇੱਕ ਹੋਰ ਗੱਲ ਹੈ, ਮੈਂ ਇੱਕ ਦੋ ਪਿੰਡਾਂ 'ਚ ਗਿਆ, ਉੱਥੇ ਨਾਅਰਾ ਚੱਲ ਰਿਹਾ ਵੀ ਸਾਦੇ ਵਿਆਹ, ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ। ਗੱਲ ਠੀਕ ਹੈ, ਜੇ ਆਪਾਂ ਸਾਦੇ ਵਿਆਹ ਕਰਾਂਗੇ, ਇਕੱਠ ਥੋੜ੍ਹਾ ਕਰਾਂਗੇ, ਭੋਗਾਂ ਦੇ ਘੱਟ ਕਰਾਂਗੇ, ਜਿੱਥੇ ਇੱਕ ਪਾਸੇ ਆਪਾਂ ਕੋਵਿਡ ਤੋਂ ਬਚਾਂਗੇ ਉੱਥੇ ਹੀ ਆਪਣਾ ਖਰਚਾ ਵੀ ਘੱਟ ਹੋਊਗਾ, ਨਾ ਫਿਰ ਚਿੰਤਾ ਰੋਗ ਤਾਂ ਲੱਗਣਾ ਹੀ ਨਹੀਂ। ਜੇ ਆਪਾਂ ਇਕੱਠ ਕਰਦੇ ਹਾਂ ਉਹਦੇ ਨਾਲ ਹੀ ਇਹ ਕੋਵਿਡ ਆਪਾਂ ਨੂੰ ਲੱਗਦਾ ਹੈਗਾ। ਸੋ ਜ਼ਰੂਰ ਮੇਰੇ ਪਿੰਡਾਂ ਦੇ ਵੀਰ ਭੈਣ ਜਿਹੜੇ ਹੈਗੇ ਆ, ਮੇਰੀ ਇਸ ਗੱਲ 'ਤੇ ਮੈਨੂੰ ਪੂਰਾ ਯਕੀਨ ਹੈ ਧਿਆਨ ਕਰਨਗੇ। ਔਰ ਪਿੰਡਾਂ ਵੱਲ ਜਿਹੜੀ ਇਹ ਵਧੀ ਹੈਗੀ ਹੈ, ਆਪਾਂ ਇਹਨੂੰ ਜ਼ਰੂਰ ਹਰਾਵਾਂਗੇ। ਜਿਵੇਂ ਸ਼ਹਿਰਾਂ 'ਚ ਅਸੀਂ ਕਾਫੀ ਹੱਦ ਤੱਕ ਇਹਨੂੰ ਖੁੰਡਾ ਕਰਨ 'ਚ ਕਾਮਯਾਬ ਹੋਏ ਹਾਂ। ਹੁਣ ਮੈਂ ਬਹੁਤ ਲੰਬੇ ਚੌੜੇ, ਕਿਉਂਕਿ ਪਹਿਲਾਂ ਹੀ ਹਰ ਵਾਰੀ ਕਾਫੀ ਲੰਮੀ ਹੋ ਜਾਂਦੀ ਹੈ ਵੀਡੀਓ, ਪਰ ਮੋਟੇ ਤੌਰ 'ਤੇ ਜਿਹੜੇ ਸਵਾਲ ਆਏ ਹੈ। ਸ਼ਾਮ ਕੁਮਾਰ ਸਾਹਿਬ ਲਿਖਦੇ ਨੇ ਕਿ ਵੀ ਲਾਕਡਾਊਨ ਅਤੇ ਕਰਫਿਊ 'ਚ ਕੀ ਫਰਕ ਹੈ। ਭਾਈ ਸਾਹਿਬ, ਅੱਜ ਕੱਲ੍ਹ ਤਾਂ ਕਰਫਿਊ ਲੱਗਿਆ। ਲਾਕਡਾਊਨ ਦਾ ਮਤਲਬ ਇਹ ਹੁੰਦਾ ਵੀ ਬਿਲਕੁਲ ਹੀ ਚੱਕਾ ਹੀ ਜਾਮ ਹੋ ਜੇ, ਜੋ ਕਿ ਪਿਛਲੇ ਸਾਲ ਮਾਰਚ ਅਪ੍ਰੈਲ 'ਚ ਹੋਇਆ ਸੀਗਾ। ਇਸ ਵਾਰ ਤਾਂ ਕਰਫਿਊ ਹੀ ਹੈ। ਕਰਫਿਊ ਵੀ ਕੀ ਹੈ, 30% ਟਾਈਮ ਦਿਨ 'ਚੋਂ 24 ਘੰਟੇ 'ਚੋਂ 7 ਘੰਟੇ ਸਵੇਰੇ 5 ਵਜੇ ਤੋਂ 12 ਵਜੇ ਤੱਕ ਤਾਂ ਸਾਰਾ ਕੁਝ ਹੀ ਖੁੱਲ੍ਹਾ ਹੈ। ਕੁਝ ਚੀਜ਼ਾਂ 24 ਘੰਟੇ ਹੀ ਖੁੱਲ੍ਹੀਆਂ ਨੇ। ਸੋ ਇੱਕ ਕਰਫਿਊ ਹੈ, ਐਸਾ ਕਰਫਿਊ ਹੈ ਜਿਸ 'ਚ ਸਾਰਾ ਕੁਝ ਹੀ ਆਲਮੋਸਟ ਵਰਕੇਬਲ ਹੈਗਾ। ਸੋ ਇਹਨੂੰ ਲਾਕਡਾਊਨ ਨਹੀਂ ਕਿਹਾ ਜਾ ਸਕਦਾ। ਜਸ ਮੱਲੀ ਸਾਹਿਬ ਕਹਿੰਦੇ ਹੈ ਕਿ ਇਹ ਕਹਿੰਦੇ ਹੈ ਕਿ ਵਾਟ ਇਜ਼ ਦਾ ਪ੍ਰੋਸੀਜਰ ਇੰਜੈਕਸ਼ਨ ਬਲੈਕ ਫੰਗਸ ਦਾ। ਦੇਖੋ, ਇਹ ਸਾਡੀ ਬਦਕਿਸਮਤੀ ਹੈ ਕਿ ਜਦੋਂ ਕਿਸੇ ਦਵਾਈ ਦੀ ਲੋੜ ਹੁੰਦੀ ਹੈ ਲੋਕ ਉਹਨੂੰ ਬਲੈਕ ਕਰਨ ਲੱਗ ਜਾਂਦੇ ਆ, ਕੁਛ ਕਰਨ ਲੱਗ ਜਾਂਦੇ ਆ। ਭਾਈ ਸਾਹਿਬ, ਜਿਵੇਂ ਹੋਰ ਚੀਜ਼ ਤੁਸੀਂ ਮਾਰਕੀਟ 'ਚੋਂ ਖਰੀਦਦੇ ਹੋ, ਜਿਵੇਂ ਪੈਰਾਸੀਟਾਮੋਲ ਖਰੀਦਦੇ ਹੋ, ਹਰੇਕ ਦੁਕਾਨ 'ਤੇ ਮਿਲਣੀ ਚਾਹੀਦੀ ਹੈ। ਪਰ ਹੁਣ ਲੋਕ ਜ਼ਿਆਦਾ ਬਿਮਾਰ ਹੋ ਰਹੇ ਹੈ, ਦਵਾਈ ਥੋੜ੍ਹੀ ਬਣ ਰਹੀ ਹੈ, ਤਾਂ ਕਰਕੇ ਆਪੋ ਤਾਂ ਪੀ ਪੈ ਗਈ। ਅੱਜ ਹੀ ਮੈਂ ਇੱਕ 6 ਡਾਕਟਰਾਂ ਦੀ ਕਮੇਟੀ ਬਣਾਈ ਹੈ। ਜੇ ਕਿਸੇ ਨੂੰ ਵੀ ਲੋੜ ਪੈਂਦੀ ਹੈ ਔਰ ਕੋਈ ਕੈਮਿਸਟ ਜਾਂ ਹਸਪਤਾਲ ਮਨਾ ਕਰਦਾ ਤਾਂ ਉਸ ਕਮੇਟੀ ਕੋਲੇ ਅਗਰ ਉਹ ਅਪਰੋਚ ਕਰਦੇ ਨੇ ਤਾਂ ਜਿੱਥੇ ਪਈ ਹੋਊਗੀ ਦਵਾਈ ਉਹ ਕੋਸ਼ਿਸ਼ ਕਰਨਗੇ ਵੀ ਜੇ ਬੰਦੇ ਨੂੰ ਵਾਕਈ ਲੋੜ ਹੈ ਤਾਂ ਦਿੱਤੀ ਜਾਊਗੀ। ਪੰਜਾਬ ਸਰਕਾਰ ਨੇ ਫੰਗਸ ਦੀ, ਕਿਉਂਕਿ ਅੱਗੇ ਐਡੀ ਪ੍ਰੋਬਲਮ ਨਹੀਂ ਸੀ, ਉੱਲੀ ਨੂੰ ਕਹਿੰਦੇ ਆ ਫੰਗਸ, ਹੁਣ ਇਸ ਤੋਂ ਬਾਅਦ ਸਟੀਰੋਇਡ ਇੰਨੇ ਜ਼ਿਆਦਾ ਦੇਤੇ, ਕਿਤੇ ਗਲਤ ਇਲਾਜ ਹੋ ਗਿਆ। ਅੱਛਾ, ਪਿੰਡਾਂ 'ਚ ਇਹ ਵੀ ਹੈ ਵੀ
ਕਈ ਵਾਰੀ ਬਹੁਤ ਪਹਿਲਾਂ ਹੀ ਸਟੀਰੋਇਡ ਖਾ ਲੈਂਦੇ ਆ, ਉਹਦੇ ਨਾਲ ਇਹ ਚੀਜ਼ ਆਉਂਦੀ ਹੈਗੀ ਹੈ। ਤਾਂ ਇਸ ਚੀਜ਼ ਨੂੰ ਪਹਿਲਾਂ ਤਾਂ ਆਪਾਂ ਸਟੀਰੋਇਡ ਘੱਟ ਲਈਏ, ਪਰ ਜੇ ਕਿਸੇ ਨੂੰ ਹੋ ਗਈ ਤਾਂ ਪੰਜਾਬ ਸਰਕਾਰ ਨੇ ਅੱਜ ਹੀ 30,000 ਜਿਹੜੀਆਂ ਡੋਜ਼ਿਸ ਨੇ ਉਹਦਾ ਮੈਨੂੰ ਲੱਗਦਾ ਡਿਮਾਂਡ ਕੀਤੀ ਹੈ ਕੇਂਦਰ ਸਰਕਾਰ ਤੋਂ, ਜਲਦੀ ਆ ਜੂਗੀ ਹੈ, ਕਿਉਂਕਿ ਰੈਮਡੈਸੀਵੀਰ ਤੁਸੀਂ ਦੇਖੋ ਆਮ ਹੈ ਹੁਣ। ਕ੍ਰਿਸ਼ਨ ਗੋਗਰਾ ਜੀ ਕਹਿੰਦੇ ਹੈ, ਉਹਨਾਂ ਨੇ ਚਲੋ ਚੰਗੇ ਕੰਮ ਦੀ ਤਾਰੀਫ ਕੀਤੀ ਹੈ, ਟੀਮ ਦੀ ਮੈਂ ਇਹਨਾਂ ਧੰਨਵਾਦ ਕਰਦਾ। ਚਾਵਲਾ ਸਾਹਿਬ ਕਹਿੰਦੇ ਹੈ ਕਿ ਇਹਨਾਂ ਨੇ ਵੀ ਖੈਰ ਸੁੱਖ ਦਾ ਹੀ ਲਿਖਿਆ ਜੀ। ਸੋਮਿਨ ਡੇ ਸਾਹਿਬ ਇਹ ਕਹਿੰਦੇ ਹੈ ਕਿ ਸੈਕਿੰਡ ਡੋਜ਼ ਜਿਹੜੀ ਹੈਗੀ ਹੈ ਕਿ ਇਹ ਵੀ ਹੋਣਾ ਚਾਹੀਦਾ ਹੈ ਜ਼ਰੂਰ ਜੀ। ਜਿਨ੍ਹਾਂ ਨੂੰ ਪਹਿਲੀ ਡੋਜ਼ ਲੱਗੀ ਹੈ ਸਰਕਾਰ ਦੂਜੀ ਡੋਜ਼ ਵੀ ਲਾਊਗੀ, ਪਰ ਡੋਜ਼ ਕਿਉਂਕਿ ਹੁਣ ਥੋੜ੍ਹੀ ਹੈ, ਅਸੀਂ ਇੱਕ ਦਿਨ ਪਹਿਲਾਂ ਦਿੰਦੇ ਹਾਂ ਸ਼ਡਿਊਲ ਵੀ ਕਿੱਥੇ ਲੱਗਣੀ ਹੈ। ਤਾਂ ਹੁਣ 4 ਮਹੀਨੇ ਦਾ ਸ਼ਡਿਊਲ ਆ ਗਿਆ, 3 ਤੋਂ 4 ਮਹੀਨੇ ਜਿਹੜਾ ਵੀ ਤੁਹਾਡੇ ਨੇੜੇ ਕੈਂਪ ਲੱਗਦਾ ਉਹ ਜ਼ਰੂਰ ਤੁਸੀਂ ਉਹਨੂੰ ਕਰੋ। ਹੋਮ ਡਿਲੀਵਰੀ ਦੀ ਮੰਗ ਸੰਚਿਤ ਭਸੀਨ ਸਾਹਿਬ ਕਰਦੇ ਆ। ਫਿਲਹਾਲ ਅਸੀਂ ਬੜੀ ਮੁਸ਼ਕਿਲਾਂ ਜੀ ਇਹਨੂੰ ਹਲਕਾ ਫੁਲਕਾ ਥੋੜ੍ਹਾ ਜਿਹਾ ਥੱਲੇ ਆਉਣ ਲੱਗਿਆ, ਅਸੀਂ ਕੋਈ ਵੀ ਐਸੀ ਛੋਟ ਨਹੀਂ ਦੇਵਾਂਗੇ ਜਿਹਦੇ ਨਾਲ ਇਹ ਦੁਬਾਰਾ ਵੱਧ ਜੇ। 31 ਮਈ ਤੱਕ ਕਿਰਪਾ ਕਰਕੇ ਮੰਗ ਨਾ ਕੀਤੀ ਜਾਵੇ ਲੋਕ ਹਿੱਤ ਦੇ ਵਿੱਚ। ਜਗਮੋਹਨ ਸਿੰਘ ਕਹਿੰਦੇ ਹੈ ਕਿ ਸ਼ੌਪਕੀਪਰਸ ਕਿਤੇ ਭੀੜ ਹੁੰਦੀ ਐਕਸ਼ਨ ਲਓ। ਮੈਂ ਬਥੇਰਾ ਸਮਝਾਉਂਦਾ ਰਹਿੰਦਾ ਯਾਰ, ਕੁਛ ਕੀ ਚੀਜ਼ਾਂ ਦਾ ਦੁਕਾਨਦਾਰਾਂ 'ਚ ਵੀ ਜਾਨ ਹੈਗੀ ਹੈ, ਕੋਈ ਟਾਈਮ ਲਿਮਿਟਡ ਹੈ, ਤੋ ਆਪ ਮੈਨੂੰ ਲੱਗਦਾ ਇਹਦਾ ਗੌਰ ਕਰਨਗੇ। ਮੈਂ CP ਸਾਹਿਬ ਨੂੰ ਵੀ ਇਹਦੀ ਰਿਕੁਐਸਟ ਕਰੂੰਗਾ। ਐਡਵੋਕੇਟ ਅਮਿਤ ਲੂਥਰਾ ਸਾਹਿਬ ਕਹਿੰਦੇ ਹੈ ਵੈਕਸੀਨੇਸ਼ਨ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਦਿਓ। ਲੂਥਰਾ ਸਾਹਿਬ ਗੱਲ ਇਹ ਹੈ ਕਿ ਪ੍ਰਾਈਵੇਟ ਹਸਪਤਾਲਾਂ ਲਈ ਹੁਣ ਕੇਂਦਰ ਸਰਕਾਰ ਦੀ ਇੱਕ ਆ ਗਈ ਨੀਤੀ, 1 ਲੱਖ ਡੋਜ਼ਿਸ ਦੀ ਪ੍ਰਾਈਵੇਟ ਹਸਪਤਾਲਾਂ ਨੇ ਦੇਤੀ। ਇਹ ਪੇਮੈਂਟ ਬੇਸਿਸ 'ਤੇ ਹੋਊਗੀ ਔਰ ਇਹ 27-28 ਤਰੀਕ ਤੱਕ ਪ੍ਰਾਈਵੇਟ ਹਸਪਤਾਲਾਂ 'ਚ ਔਨ ਪੇਮੈਂਟ ਬੇਸਿਸ ਦਵਾਈ ਆ ਜਾਊਗੀ। ਜਸਵੀਰ ਸਿੰਘ ਬਾਵਾ ਸਾਹਿਬ ਕਹਿੰਦੇ ਹੈ ਕਿ ਰੈਪਿਡ ਐਂਟੀਜਨ ਜਿਹੜੇ ਹੈਗੇ ਪ੍ਰਾਈਵੇਟ ਲੈਬਾਂ ਨੂੰ ਅਸੀਂ ਪਹਿਲਾਂ ਹੀ ਅਲਾਓ ਕੀਤਾ ਹੋਇਆ ਜੀ, ਔਰ ਰੈਪਿਡ ਐਂਟੀਜਨ ਕਿੱਟਾਂ ਲਿਆ ਕੇ ਅਸੀਂ ਵੱਧ ਤੋਂ ਵੱਧ ਪਿੰਡਾਂ 'ਚ ਵੀ ਇਹ ਭੇਜਾਂਗੇ ਤਾਂ ਕਿ ਵੱਧ ਤੋਂ ਵੱਧ ਟੈਸਟ ਕਰੀਏ। ਪਰ RT-PCR ਕਿਉਂਕਿ ਥੋੜ੍ਹੇ ਜਿਹੇ ਜ਼ਿਆਦਾ ਆਥੈਂਟਿਕ ਟੈਸਟ ਹੈ ਤਾਂ ਉਹਦੇ 'ਤੇ ਅਸੀਂ ਜ਼ੋਰ ਦਿੰਦੇ ਹਾਂ। ਅਜੇ ਕੁਮਾਰ ਕਹਿੰਦੇ ਹੈ ਕਿ ਇੰਸ਼ੋਰੈਂਸ ਕੰਪਨੀ ਬਾਰੇ ਇਹਨਾਂ ਨੇ ਕੋਈ ਦਿੱਕਤ ਆਪਣੀ ਪੇਸ਼ ਕੀਤੀ ਹੈ। ਪੈਕੇਜ ਪਰਸਿਊਡ ਪੇ ਦਾ ਬੈਲੈਂਸ ਐਂਡ ਵੀਅਰ ਦਾ ਲੌਸਿਸ, ਅਗਰ ਤੁਸੀਂ ਮੈਨੂੰ ਸਪੈਸੀਫਿਕ ਕੋਈ ਡਿਟੇਲ ਭੇਜ ਦੋਗੇ ਕਿਸੇ ਕੰਪਨੀ ਦੀ, ਅਗਰ ਕੁਝ ਕਰਨ ਵਾਲਾ ਹੋਊਗਾ ਅਜੇ ਜੀ ਜ਼ਰੂਰ ਕਰਾਂਗੇ। ਨਰਿੰਦਰਪਾਲ ਸ਼ਰਮਾ ਜੀ ਨੇ ਵੀ ਟੀਮ ਦੇ ਕੰਮ ਦੀ ਤਾਰੀਫ ਕੀਤੀ ਹੈਗੀ ਹੈ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਮੁਕੇਸ਼ ਲੋਚਨ ਸਾਹਿਬ ਉਹਨਾਂ ਨੂੰ ਇੱਦਾਂ ਲੱਗਦਾ ਹੈ ਵੀ ਜਿਹੜੇ ਫਿਗਰਾਂ ਆ ਰਹੀਆਂ ਨੇ ਨਿੱਜੀ ਹਸਪਤਾਲ ਅਤੇ ਲੈਬਾਂ ਠੀਕ ਨਹੀਂ ਦੇ ਰਹੀਆਂ। ਮੈਂ ਇਹ ਵਹਿਮ ਦੂਰ ਕਰਦਾ ਲੋਚਨ ਸਾਹਿਬ, ਬੜੇ ਲੋਕਾਂ ਨੂੰ ਇਹ ਵਹਿਮ ਹੈ ਕਿ ਵੀ ਇਹ ਪੂਰੀ ਫਿਗਰ ਨਹੀਂ ਆਉਂਦੀ ਵੀ ਜਿਹੜੇ ਪੋਜ਼ੀਟਿਵ ਆਉਂਦੇ ਨੇ। ਹਰੇਕ ਟੈਸਟ ਜਿਹੜਾ ਹੁੰਦਾ ਉਹ ਸੈਂਟਰਲ ਗਵਰਨਮੈਂਟ ਦਾ ਇੱਕ ਪੋਰਟਲ ਹੈ, ਉਹ 'ਚ ਨਾਮ ਉਹਦਾ ਸਾਰਾ ਡਿਟੇਲ ਇੰਕਲੂਡਿੰਗ ਆਧਾਰ ਨੰਬਰ ਚੜਾਉਣਾ ਪੈਂਦਾ। ਸੋ ਇਸ ਕਰਕੇ ਕੋਈ ਵੀ ਕੇਸ ਜਿਹਦਾ ਟੈਸਟ ਹੁੰਦਾ ਉਹਦਾ ਮਤਲਬ ਹੀ ਨਹੀਂ ਕਿ ਉਸ 'ਚ ਉਹਦੀ ਸੰਖਿਆ ਨਾ ਆਵੇ। ਪਿਛਲੀ ਲਹਿਰ ਦੇ ਵਿੱਚ ਅਸੀਂ ਡੇਲੀ ਲੁਧਿਆਣੇ 'ਚ 5000 ਟੈਸਟ ਕਰਦੇ ਸੀ, ਅਸੀਂ 3 ਗੁਣੇ ਕਰਕੇ ਡੇਲੀ 15,000 ਇੱਕ ਹਫ਼ਤੇ ਦੇ 1,05,000 ਟੈਸਟ ਕਰ ਰਹੇ ਹਾਂ। ਇਹ ਇੱਕ ਬਹੁਤ ਵੱਡਾ ਰਿਕਾਰਡ ਹੈ। ਸੰਦੀਪ ਸਨੀ ਜੀ ਕਹਿੰਦੇ ਹੈ 7 ਦਿਨਾਂ ਦਾ ਕੰਪਲੀਟ ਲੋਕਡਾਊਨ ਲਾ ਦਿਓ। ਮੈਂ ਬੜੀ ਵਾਰੀ ਇਹ ਦੱਸ ਚੁੱਕਿਆ, ਮਤਲਬ ਇਸ ਕੁਰਸੀ 'ਤੇ ਬਹਿ ਕੇ ਆ ਸਰਕਾਰ ਦੇ ਪੱਖ ਤੋਂ ਜਦੋਂ ਆਪਾਂ ਸੋਚਦੇ ਹਾਂ, ਰਿਕਸ਼ੇ ਵਾਲੇ ਤੋਂ ਲੈ ਕੇ ਸਭ ਤੋਂ ਵੱਡੇ ਧਨਾੜ ਵਿਅਕਤੀ ਤੱਕ ਸੋਚਣਾ ਪੈਂਦਾ ਹੈ ਜੀ। ਲੋਕਡਾਊਨ ਜਿਹੜਾ ਕੰਪਲੀਟ ਹੈਗਾ ਉਸ 'ਚ ਗਰੀਬਾਂ ਨੂੰ ਬੜੀਆਂ ਸਾਰੀਆਂ ਦਿੱਕਤਾਂ ਨੇ। ਇਹ ਜਿਹੜਾ ਮਾਡਲ ਹੈ ਇਹਨੇ ਪਿਛਲੇ 10-12 ਦਿਨਾਂ 'ਚ ਇਹਦੇ ਨਾਲ ਸਾਡੀ ਪੋਜ਼ੀਟਿਵਿਟੀ ਵੀ ਘੱਟ ਆਈ ਹੈ, ਕੰਮ ਵੀ ਚੱਲਦੇ ਰਹੇ ਨੇ, ਲੋਕਾਂ ਦਾ ਰੋਟੀ ਪਾਣੀ ਵੀ ਚੱਲ ਰਿਹਾ, ਸਬਜ਼ੀਆਂ ਵੀ ਮਿਲ ਰਹੀਆਂ ਨੇ। ਤਾਂ ਕਿਰਪਾ ਕਰਕੇ 31 ਤਰੀਕ ਤੱਕ ਇਹੀ ਮਾਡਲ ਚੱਲੂਗਾ, ਇਹ 'ਚ ਕੋਈ ਜ਼ਿਆਦਾ ਬਦਲਾਅ ਨਹੀਂ ਹੋਊਗਾ। ਸੈਕਿੰਡ ਡੋਜ਼ 45 ਸਾਲ ਤੋਂ ਬਾਅਦ ਜਿਹਦਾ ਟਾਈਮ ਪੂਰਾ ਹੋ ਗਿਆ, 4 ਮਹੀਨੇ ਹੋ ਗਏ, ਰਜਿੰਦਰ ਸ਼ਰਮਾ ਜੀ ਉਹਨੂੰ ਡੋਜ਼ ਮਿਲੂਗੀ। ਜਿਹਨੂੰ ਸਰਕਾਰ ਨੇ ਪਹਿਲੀ ਡੋਜ਼ ਦਿੱਤੀ ਹੈ ਉਹਦੀ ਗਰੰਟੀ ਹੈ ਵੀ ਦੂਜੀ ਡੋਜ਼ ਮਿਲੂਗੀ। ਇਹ ਹੈ ਵੀ ਥੋੜ੍ਹੀ ਜਿਹੀ ਹੁਣ ਕਮੀ ਹੈ, ਲਾਈਨ 'ਚ ਲੱਗਣਾ ਪੈਂਦਾ। ਪਹਿਲਾਂ ਅਸੀਂ ਲੋਕਾਂ ਨੂੰ ਮਿੰਨਤਾਂ ਕਰਦੇ ਸੀ, ਹੁਣ ਕਦੇ ਦਿਨ ਵੱਡੇ ਕਦੇ ਦੀ ਰਾਤਾਂ ਵੱਡੀਆਂ, ਹੁਣ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪੈ ਰਿਹਾ ਕਿਉਂਕਿ ਹੁਣ ਜ਼ਿਆਦਾਤਰ ਲੋਕਾਂ ਨੂੰ ਚਾਨਣ ਹੋ ਗਿਆ ਕਿ ਇਹ ਫਾਇਦੇ ਵਾਲੀ ਗੱਲ ਹੈ। ਦੀਪਾ ਕਲੇਰ ਜੀ ਕਹਿੰਦੇ ਆ ਕਿ ਹਾਂ ਇਹ ਪਹਿਲਾਂ ਸੌਫਟਵੇਅਰ 'ਚ ਕੁਝ ਸੀਗਾ ਜੀ, ਮੈਨੂੰ ਪਤਾ ਲੱਗਿਆ ਵੀ ਕੱਲ੍ਹ ਇਹ ਖਤਮ ਹੋ ਗਈ ਪ੍ਰੋਬਲਮ ਕਿ 18 ਤੋਂ 44 ਵੀ ਲੈ ਲੈਂਦਾ ਸੀ, 45 ਤੋਂ ਉੱਪਰ ਵੀ ਲੈ ਲੈਂਦਾ ਸੀ। ਜਿਹੜੇ 44 ਤੋਂ 45 ਦੇ ਵਿਚਾਲੇ ਸੀ ਉਹ ਕੋਈ ਕਨਫਿਊਜ਼ਨ ਸੀ, ਉਹ ਦੂਰ ਕਰ ਦਿੱਤੀ ਗਈ ਹੈ। ਫਿਰ ਵੀ ਮੈਂ ਸੌਫਟਵੇਅਰ ਟੀਮ ਤੱਕ ਇਹ ਪਹੁੰਚਾ ਰਿਹਾ ਗੱਲ। ਕੁਲਵਿੰਦਰ ਕੁਮਾਰ ਜੀ ਨੇ ਵੀ ਟੀਮ ਦੇ ਕੰਮ ਦੀ ਸਰਾਹਨਾ ਕੀਤੀ ਹੈ। ਤੁਸ਼ਾਰ ਮੰਗਲ ਜੀ ਸੈਕਿੰਡ ਡੋਜ਼ ਬਾਰੇ ਪੁੱਛਦੇ ਨੇ, ਮੈਂ ਦੱਸਤਾ। ਸੁਖਜਿੰਦਰ ਛਿੰਦਾ ਸਾਹਿਬ ਨੇ ਵੀ ਕਿਹਾ ਹੈਗਾ ਔਰ ਵਾਹਿਗੁਰੂ ਨੂੰ
अरदास की है। मैं ਮੰਨਦਾ कि भी सब तो ਉੱਪਰ ਤਾਂ ਵਾਹਿਗੁਰੂ ही है, परमात्मा ही है। मैं भी परमात्मा ਨੂੰ ਇਹੀ कहना भी ये बीमारी जल्दी तो जल्दी खत्म होए तो ਅਸੀਂ शहर के विकास ਤੇ ਚੰਗੇ ਕੰਮਾਂ ਵੱਲ अपनी एनर्जी लाइए। मोहनजीत तरीके 7 दिन का मुकम्मल बंद, मैं दोबारा रिपीट कर रहा, मुकम्मल बंद की कोई प्लैन नहीं। जो सिस्टम चल रहा वधिया चल रहा है, ये काफ़ी हद तक बीमारी थल्ले नूं आउण लगी है। 31 तरीक तक इनू इदां ही चलावांगे, 31 तो बाद सोचांगे भी वधाउणा कि नहीं वधाउणा। 18+ वैक्सीन ऑलरेडी स्टार्ट हो गई, गगनदीप जी ने पूछा सीगा। और अगे प्रितपाल जी कहते हैं कि भी सारे बॉर्डर सील कर दो। देखो ये ग्लोबलाइज्ड वर्ल्ड है, ग्लोबलाइज्ड वर्ल्ड का मतलब है कि पूरा संसार एक पिंड है। ਜਿਹੜੇ फोन के राही मेरी रिकॉर्डिंग होकर ਤੁਹਾਡੇ ताईं आ रही है, ये चीन तो आया, ओप्पो का है मैनूं लगदा। ਜਿਹੜਾ ये कपड़ा मैं पाई बैठा, ये कोई पता नहीं है भी ये बांग्लादेश तो आया कि हिंदुस्तान 'ਚ ही बनया है। और ਜਿਹੜੀ मैं ਐਨਕ लाई है ये नहीं पता कित्थों आई है। भी इस तरह आप एक दूजे ते डिपेंडेंट है। ਜਿਹੜੀਆਂ चीज़ां ਤੁਹਾਡੇ लुधियाने 'ਚ बन रही हैं उन्हां नूं पूरी दुनिया यूज़ कर रही है। सो इस तरह करके असी पूरी तरह अपने आप नूं इकनॉमिक तौर पर तोड़ नहीं सकते एक दूजे नालों। सो ठीक है, RT-PCR नैगेटिव लैके आना पंजाब सरकार ने पहले ही लाजमी करता भी जो पॉजिटिव पेशेंट है वह बाहरों अंदर नहीं आऊगा, तो वो प्रितपाल जी ये समस्या हल हो जाती है। भारद्वाज साहब ने भी कहा कि कुछ लोग अणगहली कर रहे हैं, प्रशासन ठीक कर रहा। देखो बस सारे इकट्ठे ही हैं जी, बहुत लोगों ने सहयोग भी दिता है, कुछ कुछ गलती भी करते हैं, पर ਜਿਹੜੇ गलती करते वो भी साडे ही नागरिक ने। तुसीं मैं सारिਆਂ ने रल के उन्होंने समझाउणा है। रकेश डेलों साहब भी सलाह देंदे ने कि पिंडां वल नूं ध्यान करो। बिल्कुल रकेश गोयल जी, पिंडां 'च असीं गेड़े मारने शुरू करते, पिंड लैवल दीयां कमेटियां बनातियां। कोई पिंड ऐसा नहीं जिथे अद्धे घंटे तो दूर ऑक्सीजन अवेलेबल होए। सारे छोटे हस्पतालों 'च असीं ऑक्सीजन धराती। बस पेंडू वीरां नूं एक मेरी रिक्वेस्ट है कि भी जदों टैसटिंग टीम आती है टैसट कराओ, अखा मीट के ना बैठो, इंजैक्शन लवाओ। अजयविंदर सिंह दुग्गल साहब कहते हैं, ये कहते मैं मोगे जा रहा सी, बस दे विच 50% तो ज़्यादा बंदे बैठे सीगे। ये तुहाडी सुजैशन बिल्कुल सिर मत्थे जी। मैं CP साहब नूं कहूँगा भी होर थोड़ी सख्त चैकिंग की जाए। करण भल्ला साहब कहते हैं भी रेस्टोरेंट नूं 12 बजे तक चलाना एप्रोप्रीएट नहीं। भल्ला साहब बिल्कुल थोड़ी ठीक गल है, 12 बजे तक तो परचूनी भी नहीं खुलनी चाहिए। 12 बजे तक ही सारा दिन ही खुलनी चाहिए है। देखो रेस्टोरेंट 'ਚ तो फिर वो बंदा जाता है जो 2 पैसे वध दे सकता है। चौल चीनी खरीदण तो वह बंदा जाता है जो बिल्कुल ही गरीब है, जो बेचारा सोचता भी मैं आप लूण आप लैके आप चौल रिन्नूंगा। असी तो उन्होंने 12 बजे बंद करी जाने हैं। सो जो असी गरीब तो गरीब आदमी की दुकान भी 12 बजे बंद करती, तो जोड़े लोग बाहर का खाते हैं कुछ क दिन प्लीज़ बीयर भी दस ਜਿਹੜੇ ਰੈਸਟੋਰੈਂਟਸ ਵਗੈਰਾ ਹੈਗੇ ਨੇ, ਤੁਸੀਂ ਸਮਝੋ ਇਹਨਾਂ ਦੇ ਡਿਲੀਵਰੀ ਬॉयਜ਼ ਆਉਂਦੇ ਨੇ, ਉਹੀ ਹੱਥਾਂ ਨਾਲ ਥਾਂ ਚੀਜ਼ ਜਾਂਦੀ ਹੈ, ਉਸੇ ਕਿਚਨ 'ਚ ਬਣਦੀ ਹੈ। ਜੇ ਇੱਕ ਵੀ ਚੇਨ 'ਚ ਬੰਦਾ ਹੈ, 1000 ਘਰਾਂ 'ਚ ਡਿਸ਼ ਚਲੀ ਗਈ ਤਾਂ ਉਹ 1000 ਜਣਿਆਂ ਨੂੰ ਕੰਮ ਪਰੋਸਿਆ ਗਿਆ। ਇਹ ਤੁਹਾਡੇ ਫਾਇਦੇ ਲਈ ਕੀਤਾ। ਔਰ ਲੁਧਿਆਣੇ 'ਚ 10 ਦਿਨਾਂ 'ਚ ਜੇ ਗ੍ਰਾਫ ਥੱਲੇ ਆਇਆ ਤਾਂ ਇਹ ਤੁਹਾਡੀ ਸਬਰ ਧੰਮਲ ਕਰਕੇ ਹੀ ਆਇਆ। ਕਿਰਪਾ ਕਰਕੇ ਸਬਰ ਧੰਮਲ ਰੱਖੋ, ਆਪ ਘਰੇ ਚੀਜ਼ ਬਣਾ ਕੇ ਖਾਓ, ਉਹ 'ਚ ਵੀ ਮਜ਼ਾ ਹੈ। ਜੇ ਕਿਸੇ ਨੂੰ ਬਾਹਰ ਦੀ ਚੀਜ਼ ਖਰੀਦ ਕੇ ਖਾਣੀ ਹੈ तो 12 बजे तक खरीद के फ्रिज 'ਚ रख लो, सांझ नूं गर्म करके खा लो। यार है तो मजबूरी का सौदा, ये कोई वधिया चीज़ तो है नहीं। और रेस्टोरेंट वालियां का भी नुकसान हो रहा, उन्होंने भरावां तो भी मेरी माफ़ी, पर यह मजबूरी 'ਚ मैनूं इदां करना पै रहा। अगे प्रेम सिंह जी ये कहते हैं ज़्यादा भीड़ होंदी है, कहते थोड़ा समा है, विल एडवांस नोटिस इफेक्टिवली कंट्रोल लिमिटेड टाइम। देखो गल ये है जी, लिमिटेड की कोई डेफिनेशन नहीं। किसी बंदे नूं इन्ना 7 घंटे भी लिमिटेड लग सकते हैं, किसी नूं 14 भी लिमिटेड है। कई बंदे ऐसे है भी 24 घंटे ही काम करी चलो, इदां दी भी दुनिया हैगी भी सो ही ना। सो मजबूरी के सौदे ने भरावा। 24 घंटिया 7 घंटे खुले रखना मतलब 30% तो आप खुले ही रखा, 70% टाइम आप बंद किया। उस भी ट्रक ट्रुक जरूरी चीज़ां की कुछ खुलिया, वो लंबी लिस्ट है, उस मैंने लगता 30-35 चीज़ां ने जिहड़ियां 24 घंटे ही खुलियां ने। सो हम आप सबर रखिए, बड़ी जल्दी सारा कुछ खुल जाऊगा जिद्दां जिद्दां हालात सुधरनगे। और थोड़े सहयोग नाल ही है सारा कुछ, और थोड़े लिए है। असी किसी को तंग करने लई फॉर द सेक ऑफ इट नहीं असी ये कर रहे। अखीर च मैं गल खत्म करन तो पहला जिहड़ा अज साडा मुख विशा सीगा वो यही विशा सीगा कि एक तो पिंडां वाले ज़्यादा सुचेत रहन,
ज़्यादा सहयोग करन, वैक्सीनेशन कराउण, टैसटिंग कराउण। जदों ही माड़ी जी भी ताप चढ़दा हैगा नाले दे हस्पताल 'च जाण और इदां उन्हां दी जान बच सकदी है। दूजी गल, ਜਿਹੜੇ ਮੇਰੇ ਸ਼ਹਿਰੀ ਵਪਾਰੀ ਹੈਗੇ ਨੇ ਉਹਨਾਂ ਨੂੰ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ, ਮੈਨੂੰ ਪਤਾ ਹੈ ਤੁਹਾਨੂੰ ਇਨਕਨਵੀਨੀਅੰਸ ਹੋ ਰਹੀ ਹੈ, ਤੁਹਾਨੂੰ ਤਕਲੀਫ ਹੋ ਰਹੀ ਹੈ, ਤੁਹਾਡੇ ਰੁਜ਼ਗਾਰ ਨੂੰ ਥੋੜ੍ਹੀ ਠੇਸ ਲੱਗ ਰਹੀ ਹੈ, ਪਰ ਜੇ ਆਪਣੀ ਜ਼ਿੰਦਗੀ ਰਹੂਗੀ, ਆਪਣੀ ਸਿਹਤ ਰਹੂਗੀ, ਤੁਹਾਡੇ ਪਰਿਵਾਰ ਵੀ ਖੁਸ਼ਹਾਲ ਰਹਿਣਗੇ, ਰੁਜ਼ਗਾਰ ਵੀ ਹੋ ਜਾਣਗੇ। ਜੇ 31 ਤਰੀਕ ਤੱਕ ਥੋੜ੍ਹਾ ਘੱਟ ਚੱਲੂਗਾ, ਤੁਸੀਂ ਮੈਨੂੰ ਕਿਹਾ ਕਿ ਸਾਰਿਆਂ ਨੂੰ ਬਰਾਬਰ ਕਰੋ ਜੀ, ਜ਼ਰੂਰੀ ਗੈਰ ਜ਼ਰੂਰੀ ਖਤਮ ਕਰੋ, 4 ਘੰਟੇ ਚਲਾਓ। ਹੁਣ 8 ਵਜੇ ਐਡੀ ਧੁੱਪ ਚੜ੍ਹ ਜਾਂਦੀ ਹੈ, 8 ਤੋਂ 12 4 ਘੰਟੇ ਕਰਤਾ ਦਿੱਤਾ ਯਾਰ, ਸਾਰਿਆਂ ਨੂੰ ਖੋਲ੍ਹਤਾ। ਦੂਜੇ ਜ਼ਿਲ੍ਹਿਆਂ ਨੇ ਬਸ ਇਹ ਕੀਤਾ ਵੀ 8 ਤੋਂ 12 ਇੱਕ ਖੋਲ੍ਹਤੀਆਂ, 12 ਤੋਂ 4 ਇੱਕ ਖੋਲ੍ਹਤੀਆਂ, 4 ਤੋਂ 8 ਇੱਕ ਖੋਲ੍ਹਤੀਆਂ, ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ 'ਚ ਹੀ ਖੋਲ੍ਹਤਾ। ਉਹ ਸਿਰਫ ਇਸ ਕਰਕੇ ਵੀ ਆਪਣਾ ਸ਼ਹਿਰ ਵੱਡਾ ਹੈ। ਪਰ ਤੁਸੀਂ ਜਿਸ ਤਰ੍ਹਾਂ ਦਾ ਮਤਲਬ ਸਾਡਾ ਸਹਿਯੋਗ ਕੀਤਾ, ਔਰ ਇਸ ਵਾਰ ਜਦੋਂ ਮੈਂ ਆਰਡਰ ਵੀ ਵਧਾਇਆ ਕੋਈ ਮੈਨੂੰ ਬਹੁਤੇ ਫੋਨ ਨਹੀਂ ਆਏ, ਕਿਸੇ ਨੇ ਨਹੀਂ ਜ਼ਿਆਦਾ ਕਿਹਾ ਐਵੇਂ ਕਿ ਇਹ ਵਪਾਰ ਮੰਡਲ ਨੇ ਵੀ ਪੂਰਾ ਸਹਿਯੋਗ ਦਿੱਤਾ। ਜਿੰਨੇ ਸਾਡੇ ਵਪਾਰੀ ਭਰਾ ਨੇ, ਜਿੰਨੇ ਸਾਡੇ ਮੈਨੂਫੈਕਚਰਿੰਗ ਯੂਨਿਟ ਨੇ, ਜਿੰਨੇ ਇੰਡਸਟਰੀ ਵਾਲੇ ਨੇ, ਕਿੰਨਾ ਹੀ ਮੈਂ ਇਹਨਾਂ ਦਾ ਧੰਨਵਾਦ ਕਰਾਂ। ਔਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਾਡਾ ਮਜ਼ਦੂਰ ਵਰਗ ਹੈਗਾ, ਜਿਹੜੇ ਸਾਡੇ ਕਾਮੇ ਨੇ, ਰੋਜ਼ ਦਾ ਰੋਜ਼ ਖਾਂਦੇ ਨੇ, ਕਮਾਉਂਦੇ ਨੇ, ਕਿਸੇ ਨੇ ਦੇਖੋ ਸਾਰਿਆਂ ਨੇ ਇਹ ਗੱਲ ਸਮਝੀ ਹੈਗੀ ਹੈ। ਮੈਂ ਮਤਲਬ ਇਹ ਇਸ ਗੱਲੋਂ ਤੁਹਾਡਾ ਰਿਣੀ ਹੈ ਕਿ ਤੁਹਾਡੇ ਸਹਿਯੋਗ ਤੋਂ ਬਗੈਰ ਕੋਈ ਵੀ ਆਰਡਰ ਜਦ ਤੱਕ ਜਨਤਾ ਉਹਨੂੰ ਨਾ ਮੰਨੇ, ਉਹ ਆਰਡਰ ਦੀ ਕੋਈ ਵੈਲਿਊ ਨਹੀਂ ਰਹਿੰਦੀ। ਤੁਸੀਂ ਜਿਸ ਤਰ੍ਹਾਂ ਇਹਨੂੰ ਸਿਰ ਮੱਥੇ ਪ੍ਰਵਾਨ ਕੀਤਾ, ਮੈਂ ਇਸ ਪੂਰੀ ਬਿਮਾਰੀ ਦੇ ਮਾੜਾ ਮੋਟਾ ਜੇ ਇਸ 'ਚ ਮੋੜਾ ਪਿਆ ਤੁਹਾਨੂੰ ਹੀ ਸਿਹਰਾ ਦਿੰਦਾ। ਔਰ ਮੈਨੂੰ ਲੱਗਦਾ ਹੈ ਤੁਸੀਂ 31 ਤਰੀਕ ਤੱਕ ਵੀ ਸਾਡਾ ਇੱਦਾਂ ਹੀ ਸਹਿਯੋਗ ਕਰੋਗੇ। ਔਰ ਅਖੀਰ 'ਚ ਇੱਕ ਮੰਤਰ ਹੋਰ, ਜਿੱਥੋਂ ਦਵਾਈ ਜਿਹੜੇ ਤਰੀਕੇ ਸਰਕਾਰੀ ਮਿਲੇ, ਪ੍ਰਾਈਵੇਟ ਮਿਲੇ, ਜਿਹੜੇ ਤਰੀਕੇ ਜਿਹਦੀ ਪੋਕਟ ਅਲਾਓ ਕਰਦੀ ਹੈ, ਜੇ ਕੋਈ ਪ੍ਰਾਈਵੇਟ ਲਵਾ ਸਕਦਾ ਪ੍ਰਾਈਵੇਟ ਲਵਾਵੇ, ਸਰਕਾਰੀ ਲਵਾ ਸਕਦਾ ਸਰਕਾਰੀ ਲਵਾਵੇ, ਕੋਈ ਇਹ ਕਾਣਤ ਨਹੀਂ ਮੰਨਣੀ। ਆਪਾਂ ਹੋਰ ਚੀਜ਼ਾਂ 'ਚ ਵੀ ਤਾਂ ਲਾਈਨਾਂ 'ਚ ਲੱਗਦੇ ਹਾਂ, ਜੇ ਘੰਟਾ 2 ਘੰਟਾ ਲੱਗੇ ਤਾਂ ਕੀ ਹੋ ਗਿਆ। ਜੇ ਆਪਣਾ ਤੁਹਾਡੀ ਜਾਨ ਮਤਲਬ ਤੁਹਾਡੇ ਪਰਿਵਾਰ ਦੀ ਜਾਨ, ਤੁਹਾਡਾ ਪਰਿਵਾਰ ਤੁਹਾਡੇ 'ਤੇ ਹੀ ਡਿਪੈਂਡੈਂਟ ਹੈ। ਜਿੱਥੇ ਜਿਹਨੂੰ ਮੌਕਾ ਮਿਲਦਾ ਹੈਗਾ ਟੀਕੇ ਤੋਂ ਨਹੀਂ ਭੱਜਣਾ ਹੈਗਾ, ਕੋਈ ਇਹਨੂੰ ਅੱਗੇ ਨਹੀਂ ਪਾਉਣਾ ਹੈਗਾ। ਜੇ ਤੁਸੀਂ ਇਹ ਸਾਰੀਆਂ ਗੱਲਾਂ ਕਰੋਗੇ ਤਾਂ ਆਪਾਂ ਤੀਜੀ ਵੇਵ ਲੁਧਿਆਣੇ 'ਚ ਵੜਨ ਹੀ ਨਹੀਂ ਦੇਣੀ। ਹੁਣ ਅੱਜ ਤੋਂ ਬਾਅਦ ਆਪਾਂ ਇਹ ਨਾਰਾ ਰੱਖਣਾ ਕਿ ਤੀਜੀ ਵੇਵ ਲੁਧਿਆਣੇ 'ਚ ਵੜਨ ਨਹੀਂ ਦੇਣੀ। ਕਿੱਦਾਂ ਨਹੀਂ ਵੜਨ ਦੇਣੀ? ਆਪਾਂ 20% ਤਾਂ ਪਹਿਲਾਂ ਹੀ ਵੈਕਸੀਨ ਕਰਤੀ, ਤੁਸੀਂ 50 ਤੋਂ ਟਪਾ ਦਿਓ, ਤੀਜੀ ਵੇਵ ਆਊਗੀ ਨਹੀਂ। ਬਸ ਹੁਣ ਮਾੜੀ ਜਿਹੀ ਹਿੰਮਤ ਰੱਖੋ ਔਰ ਆਪਾਂ ਜ਼ਰੂਰ ਇਸ 'ਤੇ ਤੀਜੀ ਵੇਵ ਵੜਨ ਹੀ ਨਹੀਂ ਦੇਣੀ ਇੱਥੇ। ਬਸ ਟੀਕੇ ਟੂਕੇ ਤਗੜੇ ਹੋ ਕੇ ਲਵਾਓ। ਥੈਂਕ ਯੂ, ਧੰਨਵਾਦ।